Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਇਹ ਵਿਡਾਣੀ ਚਾਕਰੀ ਪਿਰਾ ਜੀਓ, ਧਨ ਛੋੜ ਪਰਦੇਸ ਸਿਧਾਏ। ਧਨ ਤੋਂ ਭਾਵ ਜੀਵ ਇਸਤਰੀ। ਗੁਰੂ ਜੀ ਕਹਿੰਦੇ, ਜਿਸ ਪ੍ਰਕਾਰ ਕਿ ਵਿਗਾਨੀ ਨੌਕਰੀ ਦੇ ਲਈ ਮਨੁੱਖ ਆਪਣੇ ਘਰ ਪਰਿਵਾਰ ਆਪਣੀ ਇਸਤਰੀ ਨੂੰ ਛੱਡ ਕੇ ਦੂਰ ਦੁਰਾਡੇ ਥਾਵਾਂ 'ਤੇ ਜਾਂਦਾ ਹੈ, ਪ੍ਰਦੇਸਾਂ ਦੇ ਵਿੱਚ ਵੀ ਜਾਂਦਾ ਹੈ ਤੇ ਆਪਣੇ ਪਰਿਵਾਰ ਤੋਂ ਦੂਰ ਰਹਿਣ ਦਾ ਦੁੱਖ ਭੋਗਦਾ ਹੈ, ਮਨੁੱਖ ਤੇ ਪ੍ਰਮਾਤਮਾ ਦਾ ਰਿਸ਼ਤਾ ਵੀ ਕੁਝ ਇਸ ਪ੍ਰਕਾਰ ਦਾ ਹੋ ਗਿਆ ਹੈ ਕਿ ਮਨੁੱਖ ਆਪਣੇ ਅੰਦਰ ਵਸਦੇ ਹੋਏ ਪ੍ਰਮਾਤਮਾ ਨੂੰ ਛੱਡ ਕੇ ਹੋਰ ਖੁਸ਼ਾਮਦਾਂ ਦੀ ਖਾਤਰ, ਆਪਣੇ ਮਨ ਦੀਆਂ ਤ੍ਰਿਪਤੀਆਂ ਦੀ ਖਾਤਰ ਮਾਇਆ ਵੱਲ ਨੂੰ ਦੌੜਦਾ ਹੈ। ਜੋ ਉਹਦੇ ਅੰਦਰ ਵਸ ਰਿਹਾ ਹੈ ਉਹਦੇ ਤੋਂ ਦੂਰ ਹੋ ਕੇ ਮਾਇਆ ਦੇ ਨੇੜੇ ਜਾਂਦਾ ਹੈ ਤੇ ਨਤੀਜੇ 'ਚ ਦੁੱਖ ਹੀ ਪਾਉਂਦਾ ਹੈ। ਦੂਜਾ ਕਿਨੈ ਸੁਖ ਨਾ ਪਾਇਓ ਪਿਰਾ ਜੀਓ, ਵਿਖਿਆ ਲੋਭ ਲੁਭਾਏ। ਮਾਇਆ ਦੇ ਮੋਹ 'ਚ ਫਸ ਕੇ ਕਦੇ ਕਿਸੇ ਨੇ ਸੁੱਖ ਨਹੀਂ ਪਾਇਆ। ਮੇਰੀ ਜਿੰਦੇ ਇਹ ਗੱਲ ਯਾਦ ਰੱਖ, ਬਲਕਿ ਮਨੁੱਖ ਉਸ ਮੋਹ ਦੇ ਵਿੱਚ ਫਸ ਕੇ ਹੀ ਰਹਿ ਜਾਂਦਾ ਹੈ। ਵਿਖਿਆ ਲੋਭ ਲੁਭਾਏ, ਭਰਮ ਭੁਲਾਏ, ਉਹ ਕਿਉ ਕਰ ਸੁਖ ਪਾਏ। ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ। ਜਦੋਂ ਭਟਕਣਾ ਦੇ ਵਿੱਚ ਹੀ ਪਿਆ ਰਹੇਗਾ ਤਾਂ ਸੁੱਖ ਕਿਵੇਂ ਪ੍ਰਾਪਤ ਕਰੇਗਾ। ਚਾਕਰੀ ਵਿਡਾਣੀ ਖਰੀ ਦੁਖਾਲੀ, ਆਪ ਵੇਚ ਧਰਮ ਗਵਾਏ। ਇਹ ਜੋ ਬਿਗਾਨੀ ਨੌਕਰੀ ਹੈ, ਭਾਵ ਕਿ ਪ੍ਰਮਾਤਮਾ ਨੂੰ ਛੱਡ ਕੇ ਮਾਇਆ ਦੇ ਗੁਲਾਮ ਬਣੇ ਰਹਿਣ ਦਾ ਜੋ ਸਿਲਸਿਲਾ ਹੈ, ਗੁਰੂ ਜੀ ਕਹਿੰਦੇ ਖਰਾ ਦੁਖਾਲਾ ਹੈ, ਬੜਾ ਹੀ ਦੁਖਦਾਈ ਹੈ। ਇਸ ਪ੍ਰਕਾਰ ਮਨੁੱਖ ਆਪਣਾ ਆਤਮਿਕ ਜੀਵਨ ਮਾਇਆ ਵੱਟੇ ਵੇਚ ਦਿੰਦਾ ਹੈ, ਆਪਣਾ ਕਰਤੱਵ ਛੱਡ ਬੈਠਦਾ ਹੈ। ਕਿਹੜਾ ਕਰਤੱਵ? ਉਸ ਪ੍ਰਮਾਤਮਾ ਦੀ ਭਗਤੀ ਕਰਨ ਦਾ ਕਰਤੱਵ, ਉਹਦੀ ਰਜ਼ਾ ਦੇ ਵਿੱਚ ਖੁਸ਼ ਰਹਿਣ ਦਾ ਕਰਤੱਵ। ਮਾਇਆ ਬੰਧਨ ਟਿਕੈ ਨਾਹੀ, ਖਿਨ ਖਿਨ ਦੁੱਖ ਸੰਤਾਈ। ਜਦੋਂ ਮਨ ਮਾਇਆ ਦੇ ਬੰਧਨਾਂ ਦੇ ਵਿੱਚ ਬੱਝਾ ਹੋਇਆ ਹੈ ਤਾਂ ਉਹਨੂੰ ਟਿਕਾਣਾ ਨਹੀਂ ਮਿਲਦਾ, ਉਹ ਟਿਕਦਾ ਨਹੀਂ, ਭਟਕਦਾ ਹੀ ਰਹਿੰਦਾ ਹੈ, ਪਲ ਪਲ ਦੁਖੀ ਹੁੰਦਾ ਰਹਿੰਦਾ ਹੈ। ਮਾਇਆ ਦੇ ਬੰਧਨਾਂ ਦੇ ਕਲੇਸ਼ ਉਹਨੂੰ ਪਲ ਪਲ ਸਤਾਉਂਦੇ ਰਹਿੰਦੇ ਨੇ। ਨਾਨਕ ਮਾਇਆ ਕਾ ਦੁੱਖ ਤਦੇ ਚੁਕੈ, ਜਾ ਗੁਰ ਸ਼ਬਦੀ ਚਿੱਤ ਲਾਏ। ਹੇ ਨਾਨਕ, ਇਹ ਮਾਇਆ ਦੇ ਮੋਹ ਤੋਂ, ਮਾਇਆ ਦੇ ਬੰਧਨਾਂ ਤੋਂ ਪੈਦਾ ਹੋਏ ਦੁੱਖ ਤਾਂ ਹੀ ਖਤਮ ਹੋ ਸਕਦੇ ਨੇ ਜੇਕਰ ਮਨੁੱਖ ਗੁਰੂ ਦੇ ਸ਼ਬਦਾਂ ਵਿੱਚ ਆਪਣਾ ਚਿੱਤ ਜੋੜੇ। ਮਨਮੁਖ ਮੁਗਧ ਗਵਾਰ ਪਿਰਾ ਜੀਓ, ਸ਼ਬਦ ਮਨ ਨਾ ਵਸਾਏ। ਜੋ ਮਨਮੁਖ ਹੈ ਉਹ ਮੂਰਖ ਹੈ, ਉਹ ਜੱਡ ਹੈ, ਗਵਾਰ ਹੈ ਤੇ ਸਾਰੀ ਜ਼ਿੰਦਗੀ ਗਵਾਰ ਹੀ ਰਹਿੰਦਾ ਹੈ। ਇਹ ਮੇਰੀਏ ਪਿਆਰੀਏ ਜਿੰਦੇ, ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਨਹੀਂ ਵਸਾਉਂਦਾ। ਮਾਇਆ ਕਾ ਭਰਮ ਅੰਧ ਪਿਰਾ ਜੀਓ, ਹਰ ਮਾਰਗ ਕਿਉ ਪਾਏ। ਮੋਹ ਮਾਇਆ ਦਾ ਚੱਕਰ ਉਹਨੂੰ ਭਟਕਣਾ ਦੇ ਵਿੱਚ ਪਾਈ ਰੱਖਦਾ ਹੈ, ਅਸਲੀ ਜੀਵਨ ਤੋਂ ਅੰਨ੍ਹਿਆ ਕਰੀ ਰੱਖਦਾ ਹੈ। ਹੇ ਮੇਰੀਏ ਪਿਆਰੀਏ ਜਿੰਦੇ, ਉਹ ਪ੍ਰਮਾਤਮਾ ਦੇ ਰਸਤੇ 'ਤੇ ਕਿਵੇਂ ਚੱਲੇ, ਪ੍ਰਮਾਤਮਾ ਦਾ ਰਾਹ ਕਿਵੇਂ ਲੱਭੇ, ਕਿਉਂਕਿ ਉਹਦੀਆਂ ਅੱਖਾਂ 'ਤੇ ਮਾਇਆ ਨੇ ਪੱਟੀ ਬੰਨ੍ਹ ਰੱਖੀ ਹੈ। ਕਿਉ ਮਾਰਗ ਪਾਏ ਬਿਨ ਸਤਿਗੁਰ ਭਾਏ, ਮਨਮੁਖ ਆਪ ਗਣਾਏ। ਜਿੰਨਾ ਚਿਰ ਸਤਿਗੁਰੂ ਦੇ ਨਾਲ ਉਹਦਾ ਪ੍ਰੇਮ ਹੀ ਨਹੀਂ ਪੈਂਦਾ, ਉਹ ਪ੍ਰਮਾਤਮਾ ਦਾ ਰਸਤਾ ਕਿਵੇਂ ਲੱਭੇ। ਮਨਮੁਖ ਤੇ ਆਪਣੇ ਆਪ ਨੂੰ ਹੀ ਵੱਡਾ ਗਿਣਦਾ ਹੈ। ਹਰ ਕੇ ਚਾਕਰ ਸਦਾ ਸੁਹੇਲੇ, ਗੁਰ ਚਰਣੀ ਚਿੱਤ ਲਾਏ। ਤੇ ਦੂਜੇ ਪਾਸੇ ਉਸ ਪ੍ਰਮਾਤਮਾ ਦੇ ਸੇਵਕ ਨੇ ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਜੋੜੀ ਰੱਖਦੇ ਨੇ ਤੇ ਸਦਾ ਹੀ ਸੁਖੀ ਰਹਿੰਦੇ ਨੇ।
ਜਿਸਨੂੰ ਹਰ ਜੀਉ ਕਰੇ ਕਿਰਪਾ, ਸਦਾ ਹਰ ਕੇ ਗੁਣ ਗਾਏ। ਜਿਸ ਮਨੁੱਖ ਦੇ ਉੱਤੇ ਵੀ ਉਹ ਪ੍ਰਮਾਤਮਾ ਕਿਰਪਾ ਕਰਦਾ ਹੈ, ਦਇਆ ਕਰਦਾ ਹੈ, ਉਹ ਮਨੁੱਖ ਸਦਾ ਹੀ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖ ਆਪ ਬੁਝਾਏ। ਗੁਰਮੁਖਾਂ ਨੂੰ ਉਹ ਪ੍ਰਮਾਤਮਾ ਇਹ ਗੱਲ ਆਪ ਹੀ ਬੁਝਾ ਦਿੰਦਾ ਹੈ, ਉਹਨਾਂ ਦੇ ਖਾਨੇ ਦੇ ਵਿੱਚ ਇਹ ਗੱਲ ਪਾ ਦਿੰਦਾ ਹੈ ਕਿ ਇਸ ਜਗਤ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਅਸਲ ਖੱਟੀ ਹੈ, ਜਿਹੜੀ ਕਿ ਸਾਨੂੰ ਖੱਟਣੀ ਚਾਹੀਦੀ ਹੈ। ਰਾਗ ਗੌੜੀ ਛੰਤ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਮਨ ਬੈਰਾਗ ਭਇਆ ਜੀਓ, ਕਿਉ ਦੇਖਾਂ ਪ੍ਰਭ ਦਾਤੇ। ਮੇਰੇ ਮੀਤ ਸਖਾ ਹਰ ਜੀਓ, ਗੁਰਪੁਰਖ ਵਿਧਾਤੇ। ਜੋ ਦੂਸਰੀ ਪੰਕਤੀ ਹੈ ਉਹਦੇ ਵਿੱਚ ਸਾਰੇ ਹੀ ਸ਼ਬਦਾਂ ਦੇ ਰਾਹੀਂ ਗੁਰੂ ਜੀ ਨੇ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਹੈ ਕਿ ਮੇਰੇ ਮੀਤ ਸਖਾ ਹਰ ਜੀਓ, ਗੁਰਪੁਰਖ ਵਿਧਾਤੇ। ਮੇਰਾ ਮਨ ਬੈਰਾਗ ਭਇਆ, ਕਿ ਮੇਰੇ ਮਨ ਦੇ ਵਿੱਚ ਵਿਰਾਗ ਹੈ, ਦਰਦ ਹੈ, ਤੈਨੂੰ ਮਿਲਣ ਦੀ ਉਤਸੁਕਤਾ ਹੈ, ਕਾਹਲੀ ਪਈ ਹੋਈ ਹੈ। ਕਿਉਂ ਦੇਖਾਂ ਪ੍ਰਭ ਦਾਤੇ, ਮੈਂ ਤੈਨੂੰ ਕਿਵੇਂ ਵੇਖਾਂ। ਪੁਰਖੋ ਵਿਧਾਤਾ ਏਕ ਸਿਰੀਧਰ, ਕਿਉ ਮਿਲ ਹੈ ਤੁਝੇ ਉਡੀਣੀਆਂ। ਪ੍ਰਮਾਤਮਾ ਤੂੰ ਸਰਬ ਵਿਆਪਕ ਹੈ, ਤੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਲక్ష్ਮੀ ਦਾ ਪਤੀ ਵੀ ਤੂੰ ਹੀ ਹੈ। ਤੇਰੇ ਤੋਂ ਵਿਛੜ ਕੇ ਅਸੀਂ ਵਿਆਕੁਲ ਹੋ ਰਹੀਆਂ ਹਾਂ। ਉਡੀਣੀਆਂ ਤੋਂ ਭਾਵ ਵਿਆਕੁਲ। ਕਿਉ ਮਿਲ ਹੈ, ਸਾਨੂੰ ਦੱਸ ਅਸੀਂ ਤੈਨੂੰ ਕਿਵੇਂ ਮਿਲੀਏ। ਕਰ ਕਰੈ ਸੇਵਾ ਸੀਸ ਚਰਣੀ, ਮਨ ਆਸ ਦਰਸ ਨਿਮਾਣੀਆਂ। ਜਿਹੜੀਆਂ ਨਿਮਾਣੀਆਂ ਇਸਤਰੀਆਂ ਆਪਣੇ ਹੱਥਾਂ ਦੇ ਨਾਲ ਗੁਰੂ ਦੀ ਸੇਵਾ ਕਰਦੀਆਂ ਨੇ। ਕਰ ਤੋਂ ਭਾਵ ਹੱਥ, ਕਰ ਕਰੇ ਸੇਵਾ, ਹੱਥਾਂ ਦੇ ਨਾਲ ਗੁਰੂ ਦੀ ਸੇਵਾ ਕਰਦੀਆਂ ਨੇ, ਗੁਰੂ ਦੇ ਚਰਨਾਂ 'ਤੇ ਆਪਣਾ ਸੀਸ ਨਿਵਾਉਂਦੀਆਂ ਨੇ, ਮਨ ਦੇ ਵਿੱਚ ਉਸ ਪ੍ਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਰੱਖਦੀਆਂ ਨੇ, ਆਸ ਰੱਖਦੀਆਂ ਨੇ। ਸਾਸ ਸਾਸ ਨਾ ਘੜੀ ਵਿਸਰੈ, ਪਲ ਮੂਰਤ ਦਿਨ ਰਾਤੇ। ਉਹਨਾਂ ਨੂੰ ਦਿਨ ਰਾਤ, ਹਰ ਘੜੀ, ਹਰ ਪਲ, ਹਰ ਮੁਹੂਰਤ, ਹਰ ਸਾਹ ਦੇ ਨਾਲ ਉਹ ਪ੍ਰਮਾਤਮਾ ਚੇਤੇ ਰਹਿੰਦਾ, ਇੱਕ ਪਲ ਦੇ ਲਈ ਵੀ ਵਿਸਰਦਾ ਨਹੀਂ। ਨਾਨਕ ਸਾਰੰਗ ਜਿਉ ਪਿਆਸੇ, ਕਿਉ ਮਿਲੀਐ ਪ੍ਰਭ ਦਾਤੇ। ਹੇ ਨਾਨਕ, ਅਸੀਂ ਪਪੀਹੇ ਵਾਂਗ ਤੜਫ ਰਹੇ ਹਾਂ। ਜਿਵੇਂ ਕਿ ਪਪੀਹਾ ਪਾਣੀ ਲਈ ਤਰਸਦਾ ਹੈ, ਹੇ ਪ੍ਰਮਾਤਮਾ ਅਸੀਂ ਤੇਰੇ ਦਰਸ਼ਨਾਂ ਲਈ ਤਰਸ ਰਹੇ ਹਾਂ। ਤੂੰ ਸਾਨੂੰ ਦੱਸ ਅਸੀਂ ਤੈਨੂੰ ਕਿਵੇਂ ਮਿਲੀਏ, ਕਿਉਂ ਮਿਲੀਐ ਪ੍ਰਭ ਦਾਤੇ। ਇੱਕ ਬਿਨੋ ਕਰੋ ਜੀਓ, ਸੁਣ ਕੰਤ ਪਿਆਰੇ। ਮੇਰਾ ਮਨ ਤਨ ਮੋਹ ਲਿਆ ਜੀਓ, ਦੇਖ ਚਲਤ ਤੁਮਾਰੇ। ਹੇ ਮੇਰੇ ਪਿਆਰੇ ਕੰਤ ਜੀਓ, ਇਹ ਨਿਮਾਣੀ ਜਿੰਦ ਤੁਹਾਡੇ ਅੱਗੇ ਇੱਕ ਬੇਨਤੀ ਕਰਦੀ ਹੈ, ਕਿਰਪਾ ਕਰਕੇ ਸੁਣ ਲਵੋ। ਤੇ ਗੁਰੂ ਜੀ ਲਿਖਦੇ ਨੇ, ਮੇਰਾ ਮਨ ਤਨ ਮੋਹ ਲਿਆ ਜੀਓ, ਦੇਖ ਚਲਤ ਤੁਮਾਰੇ। ਚਲਤ ਤੋਂ ਭਾਵ ਕੌਤਕ, ਕਿ ਹੇ ਪ੍ਰਮਾਤਮਾ ਤੇਰੇ ਕੌਤਕਾਂ ਨੇ ਮੇਰਾ ਮਨ ਤੇ ਤਨ ਮੋਹ ਲਿਆ ਹੈ। ਚਲਤਾ ਤੁਮਾਰੇ ਦੇਖ ਮੋਹੀ ਉਦਾਸ, ਧਨ ਕਿਉ ਧੀਰੈ। ਤੇਰੇ ਕੌਤਕਾਂ ਨੇ ਇਸ ਜੀਵ ਇਸਤਰੀ ਨੂੰ ਮੋਹ ਲਿਆ ਹੈ, ਪਰ ਉਹ ਉਦਾਸ ਹੈ, ਕਿਉਂਕਿ ਉਹ ਤੇਰੇ ਕੌਤਕ ਤੇ ਦੇਖ ਸਕਦੀ ਹੈ, ਤੈਨੂੰ ਮਿਲ ਨਹੀਂ ਪਾ ਰਹੀ। ਕਿਰਪਾ ਕਰਕੇ ਮੈਨੂੰ ਇਹ ਦੱਸ ਕਿ ਉਹਨੂੰ ਧੀਰਜ ਕਿਵੇਂ ਆਵੇ। ਕਿਉ ਧੀਰੈ, ਗੁਣਵੰਤ ਨਾ ਦਇਆਲ ਬਾਲਾ, ਸਰਬ ਗੁਣ ਭਰਪੂਰੈ। ਨਾ ਤੋਂ ਭਾਵ ਨਾਥ, ਯਾਨੀ ਕਿ ਖਸਮ। ਇਹਨਾਂ ਸਾਰੇ ਸ਼ਬਦਾਂ ਦੇ ਨਾਲ ਵੀ ਗੁਰੂ ਜੀ ਨੇ ਉਸ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਹੈ ਕਿ ਹੇ ਪ੍ਰਮਾਤਮਾ ਤੂੰ ਸਭ ਗੁਣਾਂ ਦਾ ਮਾਲਕ ਹੈ, ਨਾਥ ਹੈ, ਸਭ ਜੀਵਾਂ ਤੇ ਦਇਆ ਕਰਨ ਵਾਲਾ ਹੈ, ਸਦਾ ਹੀ ਜਵਾਨ ਹੈ, ਸਾਰੇ ਗੁਣਾਂ ਦੇ ਨਾਲ ਭਰਪੂਰ ਹੈ। ਫਿਰ ਦੋਸ਼ ਨਾਹੀ ਸੁਖ ਦਾਤੇ, ਹਉ ਵਿਛੁੜੀ ਬੁਰਿਆਰੇ। ਬੁਰਿਆਰੇ ਤੋਂ ਭਾਵ ਮੰਦ ਕਰਮਨ, ਕਿ ਹੇ ਪ੍ਰਭੂ ਪਤੀ ਜੀ ਤੁਹਾਡਾ ਕੋਈ ਦੋਸ਼ ਨਹੀਂ ਹੈ, ਤੁਸੀਂ ਤੇ ਸੁੱਖਾਂ ਦੀ ਦਾਤ ਬਖਸ਼ਣ ਵਾਲੇ ਹੋ।
ਮੈਂ ਆਪ ਹੀ ਮੰਦ ਕਰਮਣ ਹਾਂ, ਮੈਂ ਆਪਣੀਆਂ ਬੁਰਾਈਆਂ ਦੇ ਕਰਕੇ ਹੀ ਤੇਰੇ ਤੋਂ ਵਿਛੜੀ ਹੋਈ ਹਾਂ। ਬਿਨਵੰਤ ਨਾਨਕ ਦਇਆ ਧਾਰੋ, ਘਰ ਆਵੋ ਨਾਹ ਪਿਆਰੇ। ਹੇ ਨਾਨਕ, ਇਹ ਆਖ ਕਿ ਹੇ ਪਿਆਰੇ ਪਤੀ, ਇਹ ਜੀਵ ਇਸਤਰੀ ਤੇਰੇ ਅੱਗੇ ਬੇਨਤੀ ਕਰਦੀ ਹੈ, ਤੂੰ ਇਹਦੇ ਤੇ ਮਿਹਰ ਕਰ ਤੇ ਇਹਦੇ ਹਿਰਦੇ ਘਰ ਦੇ ਵਿੱਚ ਆ ਵਸ। ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸ਼ਾ, ਹਉ ਸਿਰ ਅਰਪੀ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸ਼ਾ। ਜਿਹੜਾ ਜੀਵ, ਜਿਹੜਾ ਮਨੁੱਖ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਕਰਵਾਉਣ ਵਾਲਾ ਸੁਨੇਹਾ ਮੈਨੂੰ ਦੇਵੇ, ਮੈਂ ਉਹਦੇ ਅੱਗੇ ਆਪਣਾ ਸਿਰ ਅਰਪਣ ਕਰਦੀ ਹਾਂ। ਮੈਂ ਉਹਦੇ ਅੱਗੇ ਆਪਣਾ ਮਨ, ਆਪਣਾ ਤਨ, ਆਪਣੇ ਸਾਰੇ ਹੀ ਦੇਸ਼ ਜਾਣੀ ਕਿ ਗਿਆਨ ਇੰਦਰੇ ਅਰਪਿਤ ਕਰਦੀ ਹਾਂ। ਸਭ ਕੁਝ ਉਹਨੂੰ ਸੌਂਪਣ ਦੇ ਲਈ ਤਿਆਰ ਹਾਂ, ਜੇਕਰ ਕੋਈ ਮੈਨੂੰ ਅਜਿਹਾ ਸੰਦੇਸ਼ ਦੇ ਦੇਵੇ ਜਿਹਦੇ ਨਾਲ ਕਿ ਮੈਂ ਉਸ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਸਕਾਂ। ਅਰਪਿਆ ਤ ਸੀਸ ਸੁਥਾਨ, ਗੁਰ ਪਹਿ ਸੰਗ ਪ੍ਰਭੂ ਦਿਖਾਇਆ। ਜਿਨ੍ਹਾਂ ਜੀਵ ਇਸਤਰੀਆਂ ਨੇ ਸੁਥਾਨ ਭਾਵ ਕੇ ਸੋਹਣਾ ਥਾਂ, ਸਾਧ ਸੰਗਤ ਵਾਲਾ ਥਾਂ, ਕਿ ਜਿਨ੍ਹਾਂ ਜੀਵ ਇਸਤਰੀਆਂ ਨੇ ਸਾਧ ਸੰਗਤ ਦੇ ਵਿੱਚ ਬੈਠ ਕੇ ਆਪਣਾ ਸੀਸ ਗੁਰੂ ਦੇ ਅੱਗੇ ਅਰਪਿਤ ਕਰ ਦਿੱਤਾ, ਗੁਰੂ ਨੇ ਉਹਨਾਂ ਨੂੰ ਉਹਨਾਂ ਦੇ ਅੰਦਰ ਵਸਦਾ ਹੋਇਆ ਹੀ ਪ੍ਰਮਾਤਮਾ ਵਿਖਾ ਦਿੱਤਾ। ਸੀਸ ਅਰਪਣ ਕਰਨ ਤੋਂ ਭਾਵ ਹੈ ਕਿ ਅਸੀਂ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਈਏ। ਹੁਣ ਤੱਕ ਦੀ ਜੋ ਸਾਡੀ ਸਮਝ ਹੈ, ਜੋ ਕੁਝ ਅਸੀਂ ਸਮਝ ਹਾਸਲ ਕੀਤੀ ਹੈ ਜ਼ਿੰਦਗੀ ਦੇ ਵਿੱਚ, ਉਹਨੂੰ ਭੁੱਲ ਜਾਈਏ। ਆਪਣੇ ਮਨ ਨੂੰ ਖਾਲੀ ਕਰਕੇ ਗੁਰੂ ਦੇ ਅੱਗੇ ਭੇਟ ਕਰ ਦਈਏ ਤੇ ਗੁਰੂ ਨੂੰ ਕਹਿ ਦਈਏ ਕਿ ਗੁਰੂ, ਤੂੰ ਆਪਣੀ ਸਿੱਖਿਆ ਮੇਰੇ ਮਨ ਦੇ ਵਿੱਚ ਭਰ ਦੇ। ਜਦੋਂ ਤੱਕ ਅਸੀਂ ਹੁਣ ਤੱਕ ਜੋ ਸਿੱਖਿਆ ਹੋਇਆ ਹੈ ਉਹਨੂੰ ਨਹੀਂ ਛੱਡਦੇ, ਗੁਰੂ ਦੀਆਂ ਜੋ ਸਿੱਖਿਆਵਾਂ ਨੇ ਉਹ ਸੰਪੂਰਨ ਤੌਰ ਤੇ ਅਸੀਂ ਗ੍ਰਹਿਣ ਨਹੀਂ ਕਰ ਸਕਦੇ। ਕਿਉਂਕਿ ਗੁਰੂ ਜੇਕਰ ਸਾਨੂੰ ਕੁਝ ਸਿਖਾਏਗਾ ਤੇ ਅਸੀਂ ਜੋ ਹੁਣ ਤੱਕ ਸਿੱਖ ਚੁੱਕੇ ਹਾਂ, ਉਹਦੇ ਕਰਕੇ ਅਸੀਂ ਗੁਰੂ ਦੀਆਂ ਸਿੱਖਿਆਵਾਂ ਨੂੰ ਕਿਸੇ ਨਾ ਕਿਸੇ ਕਸੌਟੀ ਤੇ ਪਰਖਣ ਦੀ ਕੋਸ਼ਿਸ਼ ਕਰਾਂਗੇ, ਗੁਰੂ ਦੇ ਨਾਲ ਬਹਿਸ ਕਰਾਂਗੇ। ਤੇ ਜਦੋਂ ਅਜਿਹਾ ਹੋਏਗਾ ਤਾਂ ਗੁਰੂ ਦੀ ਸਿੱਖਿਆ ਸੰਪੂਰਨ ਤੌਰ ਤੇ ਅਸੀਂ ਗ੍ਰਹਿਣ ਨਹੀਂ ਕਰ ਪਾਵਾਂਗੇ, ਉਹਦੇ ਵਿੱਚ ਮਿਲਾਵਟ ਹੋ ਜਾਏਗੀ। ਸੋ ਇਸ ਪੰਕਤੀ ਦੇ ਰਾਹੀਂ ਗੁਰੂ ਜੀ ਸਾਨੂੰ ਇਹੀ ਸਮਝਾਉਣਾ ਕਰਦੇ ਨੇ ਕਿ ਜੇਕਰ ਅਸੀਂ ਗੁਰੂ ਦੇ ਅੱਗੇ ਆਪਣੇ ਆਪ ਨੂੰ ਅਰਪਿਤ ਕਰੀਏ ਤਾਂ ਇਹ ਨਿਸ਼ਚਿਤ ਕਰੀਏ ਕਿ ਸੰਪੂਰਨ ਤੌਰ ਤੇ ਅਸੀਂ ਆਪਣਾ ਸਿਰ ਗੁਰੂ ਦੇ ਹਵਾਲੇ ਕਰ ਦਿੱਤਾ। ਅਰਪਿਆ ਤਾਂ ਸੀਸ ਸੁਥਾਨ, ਗੁਰ ਪਹਿ ਸੰਗ ਪ੍ਰਭੂ ਦਿਖਾਇਆ। ਫਿਰ ਗੁਰੂ ਸਾਨੂੰ ਆਪ ਹੀ ਸਾਡੇ ਅੰਦਰ ਵਸਦਾ ਪ੍ਰਮਾਤਮਾ ਦਿਖਾ ਦੇਵੇਗਾ। ਖਿਨਮਹਿ ਸਗਲਾ ਦੁਖ ਮਿਟਿਆ, ਮਨੋ ਚਿੰਦਿਆ ਪਾਇਆ। ਜਿਹੜੀਆਂ ਜੀਵ ਇਸਤਰੀਆਂ ਆਪਣਾ ਸੀਸ ਗੁਰੂ ਦੇ ਹਵਾਲੇ ਕਰਦੀਆਂ ਨੇ, ਇੱਕ ਪਲ ਦੇ ਵਿੱਚ ਉਹਨਾਂ ਦੇ ਸਾਰੇ ਹੀ ਦੁੱਖ, ਵਿਛੋੜੇ ਦੇ ਸਾਰੇ ਹੀ ਦਰਦ ਮਿਟ ਜਾਂਦੇ ਨੇ, ਕਿਉਂਕਿ ਉਹਨਾਂ ਦਾ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ। ਉਹਨਾਂ ਦਾ ਮਨ ਚਿੰਦਿਆ ਹੋਇਆ ਫਲ ਉਹਨਾਂ ਨੂੰ ਮਿਲ ਜਾਂਦਾ ਹੈ, ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਤਿਨ ਰੈਣ ਰਲੀਆਂ ਕਰੈ ਕਾਮਣ, ਮਿਟੇ ਸਗਲ ਅੰਦੇਸ਼ਾ। ਉਹਦੇ ਸਾਰੇ ਹੀ ਫਿਕਰ, ਸਾਰੀਆਂ ਚਿੰਤਾਵਾਂ ਮੁੱਕ ਜਾਂਦੀਆਂ ਨੇ। ਫਿਰ ਉਹ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਕੇ ਦਿਨ ਰਾਤ ਆਨੰਦ ਮਾਣਦੀ ਹੈ। ਬਿਨਵੰਤ ਨਾਨਕ ਕੰਤ ਮਿਲਿਆ, ਲੋੜ ਤੇ ਹਮ ਜੈਸਾ। ਨਾਨਕ ਬੇਨਤੀ ਕਰਦਾ ਹੈ ਕਿ ਅਜਿਹੀਆਂ ਜੀਵ ਇਸਤਰੀਆਂ ਨੂੰ ਉਹ ਖਸਮ ਪ੍ਰਭੂ ਮਿਲ ਪੈਂਦਾ ਹੈ ਜਿਹਦੀ ਅਸੀਂ ਸਾਰੇ ਹੀ ਤਾਂਘ ਕਰਦੇ ਹਾਂ। ਮੇਰਾ ਮਨ ਆਨੰਦ ਭਇਆ ਜੀਓ, ਵੱਜੀ ਵਧਾਈ, ਘਰ ਲਾਲ ਆਇਆ ਪਿਆਰਾ, ਸਭ ਤਿੱਖਾ ਬੁਝਾਈ। ਘਰ ਲਾਲ ਆਇਆ ਤੋਂ ਭਾਵ ਕਿ ਉਹ ਪਿਆਰਾ ਪ੍ਰਮਾਤਮਾ ਮੇਰੇ ਹਿਰਦੇ ਦੇ ਵਿੱਚ ਪ੍ਰਗਟ ਹੋ ਗਿਆ ਹੈ। ਤੇ ਗੁਰੂ ਜੀ ਕਹਿੰਦੇ ਕਿ ਜਦੋਂ ਦਾ ਇਹ ਹੋਇਆ ਹੈ, ਮੇਰੀਆਂ ਮਾਇਆ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਮਿਟ ਗਈਆਂ ਨੇ, ਸਾਰੀਆਂ ਤ੍ਰੇਹਾਂ ਬੁਝ ਗਈਆਂ ਨੇ। ਮੇਰੇ ਮਨ ਦੇ ਵਿੱਚ ਆਨੰਦ ਪੈਦਾ ਹੋ ਗਿਆ ਹੈ, ਵਧਾਈਆਂ ਵੱਜ ਰਹੀਆਂ ਨੇ, ਮੇਰੇ ਅੰਦਰ ਆਤਮਿਕ ਹੁਲਾਰਾ ਮਿਲ ਰਿਹਾ ਹੈ। ਮੇਰੇ ਮਨ ਵਿੱਚ ਬੜਾ ਹੀ ਚਾਅ ਪੈਦਾ ਹੋ ਗਿਆ ਹੈ। ਮਿਲਿਆ ਤਾਂ ਲਾਲ ਗੋਪਾਲ ਠਾਕੁਰ,
ਸਖੀ ਮੰਗਲ ਗਾਇਆ। ਸਖੀ ਤੋਂ ਭਾਵ ਸਾਡੀਆਂ ਗਿਆਨ ਇੰਦਰੀਆਂ, ਕਿ ਜਦੋਂ ਦਾ ਉਹ ਸੋਹਣਾ ਲਾਲ ਉਹ ਠਾਕੁਰ ਪ੍ਰਮਾਤਮਾ ਮੈਨੂੰ ਮਿਲਿਆ ਹੈ, ਮੇਰੀਆਂ ਸਾਰੀਆਂ ਗਿਆਨ ਇੰਦਰੀਆਂ ਖੁਸ਼ੀ ਦੇ ਗੀਤ ਗਾ ਰਹੀਆਂ ਨੇ। ਸਭ ਮੀਤ ਬੰਦਪ ਹਰਖ ਉਪਜਿਆ, ਦੂਤ ਥਾਉ ਗਵਾਇਆ। ਇਹਨਾਂ ਪੰਕਤੀਆਂ ਦੇ ਵਿੱਚ ਮੀਤ ਬੰਦਪ ਤੋਂ ਭਾਵ ਸਾਡੇ ਗਿਆਨ ਇੰਦਰੇ, ਤੇ ਦੂਤ ਤੋਂ ਭਾਵ ਕਾਮ ਆਦਿਕ ਵੈਰੀ, ਯਾਨੀ ਕਿ ਵਿਕਾਰ, ਕਿ ਜਿਹੜੇ ਮੇਰੇ ਗਿਆਨ ਇੰਦਰੇ ਨੇ ਉਹਨਾਂ ਦੇ ਵਿੱਚ ਚਾਅ ਚੜ੍ਹ ਗਿਆ ਹੈ, ਤੇ ਜਿਹੜੇ ਵਿਕਾਰ ਨੇ ਉਹ ਅੰਦਰੋਂ ਖਤਮ ਹੋ ਗਏ ਨੇ, ਭੱਜ ਗਏ ਨੇ, ਜਦੋਂ ਦਾ ਮੈਨੂੰ ਪ੍ਰਮਾਤਮਾ ਮਿਲਿਆ ਹੈ। ਅਨਹਤ ਵਾਜੇ ਵੱਜੈ ਘਰ ਮਹਿ, ਪਿਰ ਸੰਗ ਸੇਜ ਵਿਛਾਈ। ਮੈਂ ਪ੍ਰਭੂ ਪਤੀ ਦੇ ਨਾਲ ਸੇਜ ਵਿਛਾ ਲਈ ਹੈ, ਤੇ ਮੇਰੇ ਹਿਰਦੇ ਦੇ ਵਿੱਚ ਬਿਨਾਂ ਰੁਕਿਆਂ ਅਨੇਕਾਂ ਹੀ ਵਾਜੇ ਵੱਜ ਰਹੇ ਨੇ, ਖੁਸ਼ੀ ਦੇ ਗੀਤ ਵੱਜ ਰਹੇ ਨੇ। ਬਿਨਵੰਤ ਨਾਨਕ ਸਹਿਜ ਰਹੈ, ਹਰ ਮਿਲਿਆ ਕੰਤ ਸੁਖਦਾਈ। ਨਾਨਕ ਬੇਨਤੀ ਕਰਦਾ ਹੈ ਕਿ ਜਿਹੜੀ ਜੀਵ ਇਸਤਰੀ ਨੂੰ ਸੁੱਖਾਂ ਦਾ ਦਾਤਾ ਉਹ ਕੰਤ, ਉਹ ਪਿਆਰਾ ਪ੍ਰਭੂ ਮਿਲ ਜਾਂਦਾ ਹੈ, ਉਹ ਆਤਮਿਕ ਅਡੋਲਤਾ ਦੇ ਵਿੱਚ ਟਿਕੀ ਰਹਿੰਦੀ ਹੈ, ਸਹਿਜ ਰਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 247ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਉਸ ਪ੍ਰਮਾਤਮਾ ਤੋਂ ਵਿਛੋੜੇ ਦਾ ਵਿਰਾਗ ਸਾਡੇ ਸਾਹਮਣੇ ਪੇਸ਼ ਕੀਤਾ, ਤੇ ਨਾਲ ਦੀ ਨਾਲ ਸਾਨੂੰ ਇਹ ਵੀ ਸਮਝਾਇਆ ਕਿ ਉਸ ਪ੍ਰਮਾਤਮਾ ਨੂੰ ਅਸੀਂ ਹਾਸਲ ਕਿਵੇਂ ਕਰ ਸਕਦੇ ਹਾਂ। ਆਪਣੇ ਆਪ ਨੂੰ, ਆਪਣੇ ਮਨ ਨੂੰ, ਆਪਣੇ ਤਨ ਨੂੰ ਬਿਲਕੁਲ ਖਾਲੀ ਕਰਕੇ ਉਸ ਗੁਰੂ ਦੇ ਅੱਗੇ ਨਿਸ਼ਾਵਰ ਕਰ ਦੇਣਾ ਚਾਹੀਦਾ ਹੈ, ਤਾਂ ਕਿ ਗੁਰੂ ਆਪਣੀਆਂ ਸਿੱਖਿਆਵਾਂ ਸਾਨੂੰ ਦੇ ਸਕੇ ਤੇ ਅਸੀਂ ਸੰਪੂਰਨ ਤੌਰ 'ਤੇ ਉਹਨਾਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਦੇ ਵਿੱਚ ਲਿਆ ਸਕੀਏ। ਆਓ ਅਸੀਂ ਆਪਣੀ ਇਸ ਕੋਸ਼ਿਸ਼ ਨੂੰ ਇਸੇ ਪ੍ਰਕਾਰ ਹੀ ਜਾਰੀ ਰੱਖੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੋ ਵੀ ਸਿੱਖਿਆ ਸਾਨੂੰ ਮਿਲਦੀ ਹੈ ਉਹਨੂੰ ਸੰਪੂਰਨ ਤੌਰ 'ਤੇ ਗ੍ਰਹਿਣ ਕਰ ਲਈਏ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।